ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਗੋਦ ਵਿੱਚ ਸਾਜਰੀ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਆਪ ਜੀ ਸਰਵਣ ਕਰਨ ਜਾ ਰਹੇ ਹੋ, ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਗੁਰੂ ਗਰੀਬ ਨਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸੋਠ ਰਾਗ ਵਿੱਚ ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 608 ਤੇ 9 ਤੇ ਅੰਕਿਤ ਹੈ। ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਸੋਠ ਮਹਲਾ ਪੰਜਵਾਂ ਘਰ ਪਹਿਲਾ ਚੌਤਕੇ ਦੇ ਸਰਲੇਖ ਹੇਠ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਗੁਰਦੇਵ ਪਿਤਾ ਆਪਣੀ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ, ਗੁਰ ਗੋਬਿੰਦ ਸਲਾਹੀਏ ਭਾਈ, ਮਨ ਤਨ ਹਿਰਦੇ ਧਾਰ। ਸੋ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਭਾਈ ਜਿਹੜਾ ਅਕਾਲ ਪੁਰਖ ਧਰਤੀ ਦਾ ਪਾਲਕ ਹੈ, ਧਰਤੀ ਨੂੰ ਗੁੰਦਣ ਵਾਲਾ ਹੈ, ਗੋਬਿੰਦ ਧਰਤੀ ਦੀ ਪਾਲਣਾ ਕਰਨ ਵਾਲਾ ਉਹ ਪ੍ਰਮਾਤਮਾ, ਗੁਰੂ ਸਾਹਿਬ ਜੀ ਕਹਿੰਦੇ ਉਹਦੀ ਸਦਾ ਵਾਸਤੇ ਸਾਨੂੰ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ। ਮਨ ਅਤੇ ਤਨ ਅੰਦਰ ਹਿਰਦੇ ਰੂਪੀ ਘਰ ਵਿੱਚ ਉਸ ਅਕਾਲ ਪੁਰਖ ਨੂੰ ਵਸਾ ਕੇ ਰੱਖਣਾ ਚਾਹੀਦਾ ਹੈ, ਧਾਰਨ ਕਰਕੇ ਰੱਖਣਾ ਚਾਹੀਦਾ ਹੈ। ਜੋ ਸ੍ਰਿਸ਼ਟੀ ਦਾ ਰਚਨਹਾਰ, ਇਸ ਧਰਤੀ ਦੀ ਸਾਜਣਾ ਕਰਨ ਵਾਲਾ, ਜੀਵਾਂ ਦੀ ਪਾਲਣਾ ਕਰਨ ਵਾਲਾ ਹੈ, ਭਾਈ ਆਓ ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਸਦਾ ਵਾਸਤੇ ਵਸਾ ਕੇ ਰੱਖੀਏ। ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਗੁਰ ਗੋਬਿੰਦ ਸਲਾਹੀਏ ਭਾਈ, ਮਨ ਤਨ ਹਿਰਦੇ ਧਾਰ। ਭਾਈ ਗੁਰੂ ਗੋਬਿੰਦ ਅਕਾਲ ਪੁਰਖ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਵਸਾ ਕੇ ਰੱਖੀਏ, ਮਨ ਅਤੇ ਤਨ ਅੰਦਰ ਧਾਰਨ ਕਰਕੇ ਰੱਖੀਏ। ਜੋ ਸ੍ਰਿਸ਼ਟੀ ਦਾ ਕਰਤਾ ਧਰਤਾ, ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ। ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਸਾਚਾ ਸਾਹਿਬ ਮਨ ਵਸੈ, ਸਾਚਾ ਸਾਹਿਬ ਮਨ ਵਸੈ ਭਾਈ, ਇਹ ਕਰਨੀ ਸਾਰ। ਸੋ ਜਿਸ ਦੇ ਹਿਰਦੇ ਰੂਪੀ ਘਰ ਵਿੱਚ ਉਹ ਅਕਾਲ ਪੁਰਖ ਜੋ ਸੱਚਾ ਸਦੀਵੀ ਹੋਂਦ ਵਾਲਾ, ਦੁਨੀਆ ਤੇ ਸਦਾ ਕਾਇਮ ਰਹਿਣ ਵਾਲਾ ਹੈ, ਜੇ ਐਸਾ ਪ੍ਰਭੂ ਸਾਡੇ ਹਿਰਦੇ ਰੂਪੀ ਘਰ ਵਿੱਚ ਵਸ ਜਾਵੇ, ਗੁਰੂ ਸਾਹਿਬ ਜੀ ਕਹਿੰਦੇ ਸਾਰੀਆਂ ਕਰਨੀਆਂ ਤੋਂ ਇਹ ਉੱਤਮ ਤੇ ਸ੍ਰੇਸ਼ਟ ਕਰਨੀ ਇਹੋ ਹੈ ਕਿ ਸਾਰੇ ਕਰਮਕਾਂਡਾਂ ਤੋਂ ਉੱਪਰ ਉੱਠ ਕੇ ਇੱਕ ਅਕਾਲ ਪੁਰਖ ਨੂੰ ਹਿਰਦੇ ਰੂਪੀ ਘਰ ਵਿੱਚ ਵਸਾਇਆ ਜਾਵੇ, ਜੋ ਧਰਤੀ ਦਾ ਪਾਲਕ ਹੈ, ਸ੍ਰਿਸ਼ਟੀ ਦੀ ਸਾਜਣਾ ਕਰਨ ਵਾਲਾ ਹੈ, ਸਦੀਵੀ ਹੋਂਦ ਵਾਲਾ, ਦੁਨੀਆ ਤੇ ਸਦਾ ਕਾਇਮ ਰਹਿਣ ਵਾਲਾ ਸੱਚਾ ਸਾਹਿਬ ਹੈ। ਆਓ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਸਦਾ ਵਸਾ ਕੇ ਰੱਖੀਏ, ਜੋ ਸਾਰੀਆਂ ਕਰਨੀਆਂ ਤੋਂ ਇਹੋ ਸਭ ਤੋਂ ਉੱਤਮ ਤੇ ਸ੍ਰੇਸ਼ਟ ਕਰਨੀ ਹੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਆਪਣੀ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਜਿਤ ਤਮ ਨਾਮ ਨਾ ਵਿਸਰੇ ਭਾਈ, ਸੇ ਤਨ ਹੋਵੇ ਸ਼ਾਰ। ਜਿਸ ਹਿਰਦੇ ਰੂਪੀ ਘਰ ਵਿੱਚ ਪ੍ਰਮਾਤਮਾ ਦਾ ਵਾਸਾ ਨਹੀਂ ਹੈ, ਜਿਸ ਹਿਰਦੇ ਰੂਪੀ ਘਰ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ, ਉਸ ਹਿਰਦੇ ਰੂਪੀ ਘਰ ਵਿੱਚ ਪ੍ਰਮਾਤਮਾ ਦਾ ਵਾਸਾ ਨਹੀਂ ਹੋ ਸਕਦਾ। ਜੋ ਕਿ ਗੁਰੂ ਸਾਹਿਬ ਜੀ ਦੁਨਿਆਵੀ ਤੌਰ ਤੇ ਉਪਦੇਸ਼ ਕਰਦੇ ਹਨ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਹਣ ਚਬਾਰੇ। ਜਿਨ੍ਹਾਂ ਘਰਾਂ ਦੇ ਵਿੱਚ, ਜਿਨ੍ਹਾਂ ਮਹਿਲ ਮਾੜੀਆਂ ਚਬਾਰਿਆਂ ਦੇ ਵਿੱਚ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ, ਗੁਰੂ ਦੀ ਸੰਗਤ ਨੂੰ ਬੁਲਾਉਂਦੇ ਹਾਂ, ਕਥਾ ਤੇ ਵਿਚਾਰਾਂ ਕਰਾਉਂਦੇ ਹਾਂ, ਗੁਰੂ ਸਾਹਿਬ ਜੀ ਕਹਿੰਦੇ ਹਨ ਉਹ ਮਹਿਲ ਸਦੀਵੀ ਹਨ ਤੇ ਦੁਨੀਆ ਤੇ ਸਦਾ ਕਾਇਮ ਰਹਿੰਦੇ ਹਨ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਹਣ ਚਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਪਿਆਰੇ, ਸੇ ਨਗਰ ਉਜਾੜੀ ਜੀਓ। ਉਹ ਨਗਰ ਉੱਜੜ ਜਾਂਦੇ ਹਨ, ਉਹ ਘਰ ਉੱਜੜ ਜਾਂਦੇ ਹਨ, ਮਹਿਲ ਮਾੜੀਆਂ ਉੱਜੜ ਜਾਂਦੇ ਹਨ,
ਜਿੱਥੇ ਅਸੀਂ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ, ਪ੍ਰਭੂ ਦੀ ਕੀਰਤੀ ਨਹੀਂ ਗਾਉਂਦੇ, ਗੁਰੂ ਸਾਹਿਬ ਦੇ ਚਰਨ ਨਹੀਂ ਪਾਉਂਦੇ ਜਾਂ ਸਾਧ ਸੰਗਤ ਦੇ ਚਰਨ ਨਹੀਂ ਪਾਉਂਦੇ ਭਾਈ, ਉਹ ਘਰ ਇੱਕ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਬਾਣੀ ਵਿੱਚ ਉਪਦੇਸ਼ ਕਰਦੇ ਹਨ ਕਿ ਉਹ ਘਰ ਮਸਾਣਾ ਦੇ ਬਰਾਬਰ ਹਨ, ਸ਼ਮਸ਼ਾਨ ਭੂਮਿਕਾ ਦੇ ਬਰਾਬਰ ਹਨ, ਜਿੱਥੇ ਅਸੀਂ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਜਿਸ ਹਿਰਦੇ ਰੂਪੀ ਘਰ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ ਭਾਈ, ਉਹ ਸਰੀਰ ਖਾਕ ਦੀ ਢੇਰੀ ਵਿੱਚ ਰਲ ਜਾਂਦੇ ਹਨ, ਉਹ ਮਸਾਣਾ ਦੀ ਤਰ੍ਹਾਂ ਹਨ। ਉਹ ਘਰ ਸਰੀਰ ਰੂਪੀ ਘਰ ਜਿਹੜੇ ਹਨ ਉਹ ਖਤਮ ਹੋ ਜਾਣ ਵਾਲੇ, ਮਿੱਟੀ ਦੀ ਢੇਰੀ ਵਿੱਚ, ਖਾਕ ਵਿੱਚ ਰਲ ਜਾਣ ਵਾਲੇ ਹਨ। ਗੁਰੂ ਸਾਹਿਬ ਜੀ ਕਹਿੰਦੇ ਹਨ, ਜਿਤ ਤਨ ਨਾਮ ਨਾ ਉਪਜੇ ਭਾਈ, ਸੇ ਤਨ ਹੋਵੇ ਛਾਰ। ਜਿਸ ਤਨ ਸਰੀਰ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ, ਪ੍ਰਭੂ ਦਾ ਨਾਮ ਪ੍ਰਗਟ ਨਹੀਂ ਹੁੰਦਾ, ਉਹ ਹਿਰਦਾ ਰੂਪੀ ਘਰ ਜਿਹੜਾ ਹੈ, ਉਹ ਸਰੀਰ ਭਾਈ ਖਾਕ ਦੀ ਢੇਰੀ ਵਿੱਚ ਰਲ ਜਾਂਦੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਭਾਈ ਆਓ ਇਸ ਸਰੀਰ ਦੇ ਰਾਹੀਂ ਜਿਤਨਾ ਦੇਰ ਤੱਕ ਸਾਡੇ ਸਰੀਰ ਵਿੱਚ ਸਵਾਸ ਚੱਲਦੇ ਹਨ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਜੋ ਸਾਸ ਸਾਸ ਪ੍ਰਭੂ ਦਾ ਨਾਮ ਜਪਦੇ ਹਨ, ਸਿਮਰਨ ਕਰਦੇ ਹਨ ਭਾਈ, ਉਹਨਾਂ ਦੇ ਮਨ ਦੇ ਫਿਕਰ ਚਿੰਤਾਵਾਂ ਜਿਹੜੀਆਂ ਹਨ ਉਹ ਸਦਾ ਵਾਸਤੇ ਖਤਮ ਹੋ ਜਾਂਦੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਨਾਮ ਸਿਮਰਨ ਤੋਂ ਬਿਨਾਂ ਇਹ ਸਾਡਾ ਸਰੀਰ ਮੁਰਦਾ ਕਰਾਰ ਹੈ ਅਤੇ ਇਹ ਖਾਕ ਦੀ ਢੇਰੀ ਵਿੱਚ ਰਲ ਜਾਣ ਵਾਲਾ ਹੈ। ਇਸ ਕਰਕੇ ਆਓ ਪਰਮਾਤਮਾ ਦਾ ਨਾਮ ਜਪੀਏ, ਸਿਮਰਨ ਕਰੀਏ, ਪ੍ਰਭੂ ਦੀ ਯਾਦ ਵਿੱਚ ਜੁੜੀਏ। ਗੁਰੂ ਸਾਹਿਬ ਜੀ ਕਹਿੰਦੇ, ਜਿਤ ਤਨ ਨਾਮ ਨਾ ਉਪਜੇ ਭਾਈ, ਸੇ ਤਨ ਹੋਵੇ ਛਾਰ। ਜਿਸ ਹਿਰਦੇ ਰੂਪੀ ਘਰ ਵਿੱਚ ਨਾਮ ਨਹੀਂ ਜਪਿਆ ਜਾਂਦਾ, ਉਹ ਸਰੀਰ ਜਿਹੜੇ ਹਨ ਭਾਈ, ਉਹ ਖਤਮ ਹੋ ਜਾਣ ਵਾਲੇ ਹਨ ਤੇ ਖਾਕ ਦੀ ਢੇਰੀ ਵਿੱਚ ਰਲ ਜਾਣ ਵਾਲੇ ਹਨ। ਗੁਰੂ ਸਾਹਿਬ ਜੀ ਆਪਣੀ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਸਾਧ ਸੰਗਤ ਕੋ ਵਾਰਿਆ ਭਾਈ, ਜਨ ਏਕ ਓੰਕਾਰ ਆਧਾਰ। ਸੋ ਗੁਰੂ ਸਾਹਿਬ ਜੀ ਕਹਿੰਦੇ ਹਨ ਭਾਈ, ਉਹ ਗੁਰੂ ਦੀ ਸੰਗਤ ਵਿੱਚੋਂ ਉਤੋਂ ਕੁਰਬਾਨ ਜਾਈਏ, ਬਲਹਾਰ ਜਾਈਏ, ਜਿਸ ਗੁਰੂ ਦੀ ਸੰਗਤ ਜੁੜ ਕੇ ਉਸ ਇੱਕ ਅਕਾਲ ਪੁਰਖ ਦੀ ਸੋਝੀ ਆਈ ਹੈ, ਗਿਆਨ ਪ੍ਰਾਪਤ ਹੋਇਆ ਹੈ, ਵਿੱਚ ਸੰਗਤ ਹਰ ਪ੍ਰਵਸੇ ਜੀਓ, ਕਿ ਉਸੇ ਸੰਗਤ ਵਿੱਚ ਹੀ ਅਕਾਲ ਪੁਰਖ ਦਾ ਵਾਸਾ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਐਸੀ ਸਤਿਗੁਰ ਦੀ ਸੱਚੀ ਸਦੀਵੀ ਹੋਂਦ ਵਾਲੀ ਸੰਗਤ ਜਿਹੜੀ ਹੈ, ਬਿਨਾਂ ਭਾਗਾਂ ਤੋਂ ਸਾਨੂੰ ਪ੍ਰਾਪਤ ਨਹੀਂ ਹੁੰਦੀ, ਤੇ ਗੁਰੂ ਦੀ ਸੰਗਤ ਤੋਂ ਬਿਨਾਂ ਸਾਡੇ ਮੰਦਭਾਗੀ ਕਰਮ ਜਿਹੜੇ ਹਨ ਉਹ ਧੋਤੇ ਨਹੀਂ ਜਾ ਸਕਦੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਗੁਰੂ ਦੀ ਸੰਗਤ ਤੋਂ ਬਿਨਾਂ ਸਾਡਾ ਮਨ ਅਤੇ ਤਨ ਵਿਕਾਰਾਂ ਦੀ ਮੈਲ ਨਾਲ ਭਰਿਆ ਰਹਿੰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ, ਸਾਧ ਸੰਗਤ ਕੋ ਵਾਰਿਆ। ਆਓ ਐਸੇ ਸਤਿਗੁਰ ਦੀ ਸੰਗਤ ਤੋਂ ਬਲਹਾਰ ਜਾਈਏ, ਕੁਰਬਾਨ ਜਾਈਏ, ਜਿਨ ਏਕ ਓੰਕਾਰ ਆਧਾਰ। ਜਿਸ ਤੋਂ ਸਾਨੂੰ ਸੋਝੀ ਆਈ ਹੈ ਕਿ ਇੱਕ ਅਕਾਲ ਪੁਰਖ ਹੀ ਹੈ, ਜਿਸ ਨੂੰ ਆਪਣੇ ਜੀਵਨ ਦਾ ਆਧਾਰ ਤੇ ਆਸਰਾ ਮੰਨਣਾ ਚਾਹੀਦਾ ਹੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਸੋਈ ਸੱਚ ਆਰਾਧਨਾ ਭਾਈ, ਜਿਸ ਤੇ ਸਭ ਕੁਛ ਹੋਏ। ਉਸ ਅਕਾਲ ਪੁਰਖ ਦੀ ਆਰਾਧਨਾ ਕਰੀਏ, ਉਹਦੀ ਸਿਫਤ ਸਲਾਹ ਕਰੀਏ, ਆਓ ਉਹਦੇ ਚਰਨਾਂ ਨਾਲ ਜੁੜੀਏ, ਉਹਦੀ ਸੰਗਤ ਵਿੱਚ ਜੁੜੀਏ, ਜਿਸ ਤੋਂ ਸਭ ਕੁਝ ਸੰਸਾਰ 'ਤੇ ਪੈਦਾ ਹੋਇਆ ਹੈ, ਜਿਸ ਤੋਂ ਸ੍ਰਿਸ਼ਟੀ ਦੀ ਸਾਜਨਾ ਹੋਈ ਹੈ, ਜਿਸ ਤੋਂ 84 ਲੱਖ ਜੀਵ ਪੈਦਾ ਹੋਏ ਹਨ, ਤੇ ਸਾਰੇ ਜੀਵਾਂ ਦੀ ਉਹ ਪ੍ਰਮਾਤਮਾ ਅਕਾਲ ਪੁਰਖ ਸੰਭਾਲ ਕਰ ਰਿਹਾ ਹੈ, ਸਾਰੇ ਜੀਵਾਂ ਨੂੰ ਰੋਜੀ ਦੇ ਰਿਹਾ ਹੈ, ਸਾਰੇ ਜੀਵਾਂ ਦੀ ਦੇਖਭਾਲ ਕਰ ਰਿਹਾ ਹੈ। ਐਸੇ ਅਕਾਲ ਪੁਰਖ ਨੂੰ ਆਪਣੇ ਜੀਵਨ ਦਾ ਆਧਾਰ ਅਤੇ ਆਸਰਾ ਮੰਨਣਾ ਚਾਹੀਦਾ ਹੈ। ਗੁਰ ਪੂਰੇ ਜਣਾਇਆ ਭਾਈ, ਤਿਸ ਬਿਨ ਅਵਰ ਨਾ ਕੋਏ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ, ਐਸੇ ਅਕਾਲ ਪੁਰਖ ਤੋਂ ਬਲਹਾਰ ਜਾਈਏ, ਸੋਈ ਸੱਚ ਆਰਾਧਨਾ ਭਾਈ, ਜਿਸ ਤੇ ਸਭ ਕੁਝ ਹੋਏ। ਉਸ ਅਕਾਲ ਪੁਰਖ ਦੀ ਆਰਾਧਨਾ ਕਰੀਏ, ਜਿਸ ਤੋਂ ਸਭ ਕੁਝ ਪੈਦਾ ਹੋਇਆ ਹੈ, ਸਾਰੇ ਜੀਵ ਪੈਦਾ ਹੋਏ ਹਨ, ਅਤੇ ਬਨਸਪਤੀ, ਧਰਤੀ, ਸਮੁੰਦਰ ਆਦਿ ਪ੍ਰਭੂ ਤੋਂ ਹੀ ਪੈਦਾ ਹੋਏ ਹਨ, ਜੋ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਸੰਭਾਲ ਕਰ ਰਿਹਾ ਹੈ। ਆਓ ਉਸ ਅਕਾਲ ਪੁਰਖ ਦੀ ਆਰਾਧਨਾ ਕਰੀਏ, ਉਹਦੇ ਨਾਮ ਦਾ ਸਿਮਰਨ ਕਰੀਏ। ਗੁਰੂ ਸਾਹਿਬ ਜੀ ਕਹਿੰਦੇ, ਇਸ ਗੱਲ ਦੀ ਸੋਝੀ ਸਾਨੂੰ ਸਤਿਗੁਰ ਦੀ ਸੰਗਤ ਵਿੱਚੋਂ ਪ੍ਰਾਪਤ ਹੋਈ ਹੈ। ਗੁਰ ਪੂਰੇ ਜਣਾਇਆ ਭਾਈ, ਤਿਸ ਬਿਨ ਔਰ ਨਾ ਕੋਏ। ਗੁਰ ਪੂਰੇ ਨੇ ਕਿਰਪਾ ਕਰਕੇ
ਇਸ ਗੱਲ ਦੀ ਸੋਝੀ ਕਰਵਾਈ ਹੈ, ਗਿਆਨ ਕਰਵਾਇਆ ਹੈ ਕਿ ਉਸ ਅਕਾਲ ਪੁਰਖ ਤੋਂ ਬਿਨਾਂ ਸਾਡਾ ਕੋਈ ਹੋਰ ਆਸਰਾ ਨਹੀਂ ਹੈ, ਜੋ ਸੰਸਾਰਕ ਜੀਵਾਂ ਦੀ ਸੰਭਾਲ ਕਰ ਸਕੇ, ਸ੍ਰਿਸ਼ਟੀ ਦੀ ਸਾਜਣਾ ਕਰ ਸਕਦਾ ਹੋਵੇ। ਐਸਾ ਦੁਨੀਆ ਤੋਂ ਕੋਈ ਹੋਰ ਦਾਤਾ ਦਿਸਦਾ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਗੁਰ ਪੂਰੇ ਜਣਾਇਆ ਭਾਈ, ਤਿਸ ਬਿਨ ਔਰ ਨਾ ਕੋਏ। ਪੂਰੇ ਗੁਰੂ ਨੇ ਇਸ ਗੱਲ ਦੀ ਸੋਝੀ ਤੇ ਗਿਆਨ ਕਰਵਾਇਆ ਹੈ ਕਿ ਉਸ ਅਕਾਲ ਪੁਰਖ ਤੋਂ ਬਿਨਾਂ ਦੂਜਾ ਕੋਈ ਸਾਡਾ ਹੋਰ ਆਸਰਾ ਨਹੀਂ ਹੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਆਪਣੀ ਪਿੱਤਰ ਬਾਣੀ ਉਪਦੇਸ਼ ਕਰਦੇ ਹਨ, ਨਾਮ ਹੋਣੇ ਪਚ ਮੋਏ ਭਾਈ ਗਣਤ ਨਾ ਜਾਏ ਗਣੀ। ਗੁਰੂ ਸਾਹਿਬ ਜੀ ਕਹਿੰਦੇ, ਨਾਮ ਤੋਂ ਸਖਣੇ ਜੀਵ ਕਿਤਨੇ ਕਿ ਸੰਸਾਰ ਤੋਂ ਕੂਚ ਕਰ ਗਏ ਹਨ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਜਿਵੇਂ ਗੁਰੂ ਸਾਹਿਬ ਜੀ ਆਪਣੀ ਬਾਣੀ ਉਪਦੇਸ਼ ਕਰਦੇ ਹਨ, ਨਾਮ ਵਿਹੂਣੇ ਊਣੇ ਝੂਣੇ ਤੋਟ ਨਾ ਆਵੇ ਫੇਰੀਆ। ਉਹਨਾਂ ਦੀ ਕੋਈ ਤੋਟ ਨਹੀਂ ਆ ਸਕਦੀ ਕਿ ਕਿੰਨੇ ਕੁ ਜੀਵ ਸੰਸਾਰ ਉੱਤੇ ਰੋਜ਼ ਜਨਮ ਲੈ ਕੇ ਆਉਂਦੇ ਹਨ ਤੇ ਫਿਰ ਆਤਮ ਮੌਤੇ ਮਰ ਕੇ ਜਾਂਦੇ ਹਨ। ਉਹਨਾਂ ਦਾ ਜਨਮ ਮਰਨ ਦਾ ਇਹ ਚੱਕਰ ਫੇਰਾ ਜਿਹੜਾ ਹੈ ਕਦੀ ਖਤਮ ਨਹੀਂ ਹੁੰਦਾ। ਨਾਮ ਵਿਹੂਣੇ ਊਣੇ ਝੂਣੇ ਤੋਟ ਨਾ ਆਵੇ ਫੇਰੀਆ। ਕਿੰਨੇ ਕੁ ਜੀਵਾਂ ਦੀ ਗਿਣਤੀ ਜਿਹੜੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਕਿੰਨੇ ਕੁ ਜੀਵ ਸੰਸਾਰ 'ਤੇ ਰੋਜ਼ ਜਨਮ ਲੈ ਕੇ ਆਉਂਦੇ ਹਨ, ਕਿਤਨੇ ਕੁ ਸੰਸਾਰ ਤੋਂ ਕੂਚ ਕਰਦੇ ਹਨ। ਇਸ ਕਰਕੇ ਉਹਨਾਂ ਦਾ ਆਉਣਾ ਜਾਣਾ, ਸੰਸਾਰ 'ਤੇ ਫੇਰਾ ਪਾਉਣਾ ਜਿਹੜਾ ਹੈ ਭਾਈ, ਉਹ ਕਦੀ ਖਤਮ ਨਹੀਂ ਹੁੰਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਨਾਮ ਹੋਣੇ ਪਚ ਮੋਏ ਭਾਈ, ਗਣਤ ਨਾ ਜਾਏ ਗਣੀ। ਨਾਮ ਤੋਂ ਸਖਣੇ ਜੀਵ ਨਾਮ ਤੋਂ ਹੀਣੇ ਕਿਤਨੇ ਕੁ ਸੰਸਾਰ ਉੱਤੇ ਰੋਜ਼ ਮਰਦੇ ਜੰਮਦੇ ਹਨ, ਜਿਸ ਕਰਕੇ ਭਾਈ ਉਹਨਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਵੇਂ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਆਪਣੀ ਬਾਣੀ ਉਪਦੇਸ਼ ਕਰ ਰਹੇ ਹਨ ਕਿ ਨਾਮ ਤੋਂ ਸਖਣੇ ਜੀਵ ਕਿਤਨੇ ਕੁ ਸੰਸਾਰ ਉੱਤੇ ਜਨਮ ਲੈ ਕੇ ਆਉਂਦੇ ਹਨ, ਕਿਤਨੇ ਕੁ ਆਤਮ ਮੌਤੇ ਮਰਦੇ ਹਨ, ਜਿਨ੍ਹਾਂ ਦੀ ਭਾਈ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਕਰਦੇ ਹਨ, ਬਿਨ ਸੱਚ ਸੋਚ ਨਾ ਪਾਈਏ ਭਾਈ, ਸਾਚਾ ਅਗੰਮ ਧਣੀ। ਸੋ ਗੁਰੂ ਸਾਹਿਬ ਜੀ ਕਹਿੰਦੇ ਹਨ, ਨਾਮ ਸਿਮਰਨ ਤੋਂ ਬਿਨਾਂ ਭਾਵੇਂ ਅਸੀਂ ਠਾਠਾਂ ਤੀਰਥਾਂ 'ਤੇ ਇਸ਼ਨਾਨ ਕਰਦੇ ਫਿਰੀਏ, ਨਾਮ ਸਿਮਰਨ ਤੋਂ ਬਿਨਾਂ ਸਾਡੇ ਮਨ ਵਿੱਚ ਪਵਿੱਤਰਤਾ ਨਹੀਂ ਆ ਸਕਦੀ, ਸੁਚਤਾ ਨਹੀਂ ਆ ਸਕਦੀ। ਜਿਵੇਂ ਗੁਰੂ ਸਾਹਿਬ ਜੀ ਜਪਜੀ ਸਾਹਿਬ ਦੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਮੋਤ ਪਲੀਤੀ ਕੱਪੜ ਹੋਏ, ਜੇ ਸਾਬੂਣ ਲਹੇ ਉਹ ਧੋਏ। ਕਿ ਜਦੋਂ ਸਾਡੇ ਕੱਪੜੇ ਮਲੀਨ ਹੋ ਜਾਂਦੇ ਹਨ, ਗੰਦੇ ਹੋ ਜਾਂਦੇ ਹਨ, ਮੈਲੇ ਹੋ ਜਾਂਦੇ ਹਨ, ਅਸੀਂ ਸਾਬਣ ਲਾ ਕੇ ਉਹਨਾਂ ਨੂੰ ਫਿਰ ਸਾਫ਼ ਕਰ ਸਕਦੇ ਹਾਂ। ਪਰ ਜਦੋਂ ਜੀਵ ਆਤਮਾ ਨੂੰ ਵਿਕਾਰਾਂ ਦੀ ਮੈਲ ਚੁੰਬੜ ਜਾਂਦੀ ਹੈ, ਭਰਿਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ। ਜਦੋਂ ਸਾਡੀ ਮਤ ਪਾਪਾਂ ਨਾਲ ਮਲੀਨ ਹੋ ਜਾਂਦੀ ਹੈ, ਭਰ ਜਾਂਦੀ ਹੈ, ਤੇ ਫਿਰ ਉਹ ਨਾਮ ਰੂਪੀ ਸਾਬਣ ਨਾਲ ਹੀ ਧੋਤੀ ਜਾ ਸਕਦੀ ਹੈ। ਇਸ ਜਨਮ ਕੋ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ, ਖੰਦਲੀ ਧੋਤੀ ਉਜੜੀ ਨਾ ਹੋਵੀ, ਜੇ 100 ਧੋਣ ਪਾਹੋ। ਗੁਰੂ ਸਾਹਿਬ ਜੀ ਕਹਿੰਦੇ ਹਨ, ਜਿਸ ਤਰ੍ਹਾਂ ਕੋਲੋਂ ਸਾਫ਼ ਕਰਨ ਵਾਲਾ ਕੱਪੜਾ ਜਿਸ ਨੂੰ ਤੇਲ ਦੀ ਥੰਧਾਈ ਲੱਗ ਜਾਂਦੀ ਤੇ ਮੈਲ ਵੀ ਲੱਗ ਜਾਂਦੀ ਹੈ, ਉਸ ਨੂੰ ਭਾਵੇਂ 100 ਵਾਰੀ ਸਾਬਣ ਲਾ ਕੇ ਧੋਣ ਦਾ ਯਤਨ ਕਰੀਏ, ਪਰ ਉਹ ਕਦੀ ਸਾਫ਼ ਨਹੀਂ ਹੁੰਦਾ। ਇਸ ਤਰ੍ਹਾਂ ਜਨਮਾਂ ਜਨਮਾਂ ਤੋਂ ਸਾਡੇ ਮਨ ਨੂੰ ਜੋ ਵਿਕਾਰਾਂ ਦੀ ਮੈਲ ਚੰਬੜੀ ਹੋਈ ਹੈ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ, ਖੰਦਲੀ ਧੋਤੀ ਉਜੜੀ ਨਾ ਹੋਵੇ। ਕੋਲੂ ਸਾਫ਼ ਕਰਨ ਵਾਲੇ ਕੱਪੜੇ ਨੂੰ ਖੰਦਲੀ ਕਿਹਾ ਜਾਂਦਾ ਹੈ ਕਿ ਕੋਲੂ ਸਾਫ਼ ਕਰਨ ਵਾਲਾ ਕੱਪੜਾ ਜਿਸ ਨੂੰ ਤੇਲ ਵੀ ਲੱਗ ਜਾਂਦਾ ਤੇ ਮੈਲ ਵੀ ਲੱਗ ਜਾਂਦੀ ਹੈ। ਖੰਦਲੀ ਧੋਤੀ ਉਜੜੀ ਨਾ ਹੋਵੇ, ਜੇ 100 ਧੋਵਣ ਪਾਓ, ਭਾਵੇਂ 100 ਵਾਰੀ ਉਸ ਨੂੰ ਸਾਬਣ ਲਾ ਕੇ ਧੋਣ ਦਾ ਯਤਨ ਕਰੀਏ, ਉਹ ਕਦੀ ਨਿਰਮਲ ਪਵਿੱਤਰ ਨਹੀਂ ਹੋ ਸਕਦਾ ਕੱਪੜਾ। ਗੁਰੂ ਸਾਹਿਬ ਜੀ ਕਹਿੰਦੇ, ਇਸੇ ਤਨ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਮ ਕੇ ਰੰਗ। ਜਦੋਂ ਸਾਡੀ ਮੱਤ ਵਿਕਾਰਾਂ ਦੀ ਮੈਲ ਨਾਲ ਭਰ ਜਾਂਦੀ ਹੈ, ਫਿਰ ਉਹ ਦੁਨਿਆਵੀ ਸਾਬਣ ਨਾਲ ਸਾਫ਼ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਭਾਈ, ਨਾਮ ਰੂਪੀ ਸਾਬਣ ਦੇ ਨਾਲ ਹੀ ਉਸ ਜੀਵ ਆਤਮਾ ਨੂੰ ਧੋਤਾ ਜਾ ਸਕਦਾ ਹੈ। ਮਨ ਦੀ ਮੈਲ ਨਾਮ ਰੂਪੀ ਸਾਬਣ ਨਾਲ ਹੀ ਉਤਰ ਸਕਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਬਿਨ ਸੱਚ ਸੋਚ ਨਾ ਪਾਈਏ ਭਾਈ, ਨਾਮ ਸਿਮਰਨ ਤੋਂ ਬਿਨਾਂ ਕਦੀ ਸਰੀਰ ਦੇ ਵਿੱਚ ਸੁਚਤਾ ਪਵਿੱਤਰਤਾ ਨਹੀਂ ਆ ਸਕਦੀ। ਸਾਚਾ ਅਗੰਮ ਧਣੀ,
ਜਿਹੜਾ ਅਕਾਲ ਪੁਰਖ ਸੱਚਾ ਗੰਭ ਬਹੁਤ ਡੂੰਘਾ, ਜੀਵਾਂ ਦੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਦੂਰ ਹੈ ਭਾਈ। ਉਹਦੀ ਕਿਰਪਾ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ ਇਹ ਸਰੀਰ ਜਿਹੜਾ ਹੈ ਕਦੀ ਪਵਿੱਤਰ ਨਿਰਮਲ ਨਹੀਂ ਹੋ ਸਕਦਾ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਆਪਣੀ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਆਵਣ ਜਾਣ ਨਾ ਚੁੱਕੀ ਭਾਈ, ਝੂਠੀ ਦੁਨੀ ਮਣੀ। ਜੋ ਝੂਠੇ ਸੰਸਾਰ ਦੇ ਮੋਹ 'ਚ ਫਸ ਕੇ ਪ੍ਰਮਾਤਮਾ ਨੂੰ ਵਿਸਰ ਜਾਂਦੇ ਹਨ। ਦਾਤ ਪਿਆਰੀ ਵਿਸਰਿਆ ਦਤਾਰਾ, ਜਾਣੇ ਨਹੀਂ ਮਰਨ ਵਿਚਾਰਾ। ਪ੍ਰਭੂ ਦੀਆਂ ਦਾਤਾਂ ਦੇ ਨਾਲ ਮੋਹ ਪਾ ਕੇ ਦਾਤਾਂ ਦੇਣ ਵਾਲੇ ਪ੍ਰਭੂ ਨੂੰ ਭੁੱਲ ਜਾਂਦੇ ਹਾਂ, ਅਤੇ ਸਾਨੂੰ ਸੰਸਾਰ ਦੇ ਮੋਹ ਵਿੱਚ ਪੈ ਕੇ ਆਪਣੀ ਮੌਤ ਵੀ ਭੁੱਲ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦਾ ਆਉਣਾ ਜਾਣਾ ਸੰਸਾਰ ਉੱਤੇ, ਜੰਮਣਾ ਮਰਨਾ ਕਦੀ ਖਤਮ ਨਹੀਂ ਹੋ ਸਕਦਾ। ਆਵਣ ਜਾਣ ਨਾ ਚੁੱਕੀ ਭਾਈ, ਝੂਠੀ ਦੁਨੀ ਮਣੀ। ਜੋ ਝੂਠੇ ਸੰਸਾਰ ਨੂੰ ਸਦੀਵੀ ਮੰਨ ਕੇ ਬੈਠੇ ਹਨ, ਇਸ ਦੇ ਮੋਹ ਵਿੱਚ ਫਸੇ ਹੋਏ ਹਨ ਭਾਈ, ਉਹ ਗੁਰੂ ਸਾਹਿਬ ਜੀ ਕਹਿੰਦੇ ਹਨ ਭਾਵੇਂ ਅਨੇਕਾਂ ਵਾਰ ਸੰਸਾਰ ਉੱਤੇ ਜਨਮ ਲੈ ਕੇ ਆਉਣ, ਉਹਨਾਂ ਦਾ ਕਦੀ ਜਨਮ ਦਾ ਦੁੱਖ ਮਿਟਦਾ ਨਹੀਂ ਹੈ। ਆਵਣ ਜਾਣ ਨਾ ਚੁੱਕੀ ਭਾਈ, ਝੂਠੀ ਦੁਨੀ ਮਣੀ। ਝੂਠੇ ਸੰਸਾਰ ਦੇ ਮੋਹ 'ਚ ਪੈ ਕੇ ਸੰਸਾਰੀ ਜੀਵ ਵਾਰ-ਵਾਰ ਜੰਮਦੇ ਮਰਦੇ ਤੇ ਆਉਂਦੇ ਜਾਂਦੇ ਹਨ। ਇਸ ਕਰਕੇ ਉਹਨਾਂ ਦਾ ਜੰਮਣਾ ਮਰਨਾ ਕਦੀ ਸੰਸਾਰ ਉਤੋਂ ਖਤਮ ਨਹੀਂ ਹੋ ਸਕਦਾ। ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਗੁਰਮੁਖ ਕੂਟ ਉਧਾਰ ਦਾ ਪਾਈ। ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਪ੍ਰਮਾਤਮਾ ਦੀ ਭਗਤੀ ਕੀਤੀ ਹੈ, ਸਿਮਰਨ ਕੀਤਾ ਹੈ, ਕਰੋੜਾਂ ਵਿੱਚ ਐਸੇ ਕੋਈ ਬਿਰਲੇ ਹੀ, ਜਗ ਮੇ ਉਤਮ ਕਾਢੀਏ। ਬਿਰਲੇ ਕਈ ਕੇ ਕੋਈ ਲੱਖਾਂ ਕਰੋੜਾਂ ਵਿੱਚੋਂ ਇੱਕ ਹੀ ਗੁਰਮੁਖ ਹੈ ਜੋ ਸੰਸਾਰ ਉੱਤੇ ਆ ਕੇ ਭਾਈ ਜਿੱਥੇ ਆਪ ਨਾਮ ਜਪਦਾ ਹੈ, ਉੱਥੇ ਦੂਜਿਆਂ ਨੂੰ ਨਾਮ ਜਪਣ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ, ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੇਂ ਏਕ ਕਣੀ। ਇੱਕ ਨਾਮ ਦੀ ਕਣੀ ਦੇ ਕੇ ਗੁਰਮੁਖ ਜਨ ਜਿਹੜੇ ਹਨ, ਮਹਾਂਪੁਰਖ ਸੰਤ, ਉਹ ਭਾਈ ਜਿੱਥੇ ਆਪ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਦੇ ਹਨ, ਬਹੁਤ ਸਾਰੇ ਜੀਵਾਂ ਨੂੰ ਭਾਈ ਨਾਮ ਦੀ ਦਾਤ ਦੇ ਕੇ, ਇੱਕ ਕਿਣਕਾ ਨਾਮ ਦੀ ਦਾਤ ਦੇ ਦੇਣ, ਅਤੇ ਉਸ ਜੀਵ ਜਿਹੜੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ। ਜਿਵੇਂ ਗੁਰੂ ਸਾਹਿਬ ਜੀ ਗੁਰਬਾਣੀ 'ਚ ਉਪਦੇਸ਼ ਕਰਦੇ ਹਨ, ਇੱਕ ਕਿਣਕਾ ਜਿਸਕੇ ਹਿਰਦੇ ਨਾ ਮਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਕਿ ਜਿਸ ਦੇ ਹਿਰਦੇ ਰੂਪੀ ਘਰ 'ਚ ਕਿਣਕਾ ਵੀ ਨਾਮ ਦਾ ਵਸ ਜਾਵੇ, ਗੁਰੂ ਸਾਹਿਬ ਜੀ ਕਹਿੰਦੇ ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਕਥਨ ਤੋਂ ਬਾਹਰੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਗੁਰਮੁਖ ਕੂਟ ਉਧਾਰ ਦਾ ਪਾਏ। ਲੱਖਾਂ ਕਰੋੜਾਂ ਵਿੱਚ ਇੱਕ ਗੁਰਮੁਖ ਹੈ ਜੋ ਆਪ ਨਾਮ ਜਪਦਾ ਹੈ, ਸਿਮਰਨ ਕਰਦਾ ਹੈ ਅਤੇ ਦੂਜਿਆਂ ਨੂੰ ਨਾਮ ਜਪਣ ਦੀ ਪ੍ਰੇਰਨਾ ਕਰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ, ਦੇ ਨਾਵੇਂ ਏਕ ਕਣੀ। ਇੱਕ ਨਾਮ ਦੀ ਦਾਤ ਦੇ ਕੇ ਉਹ ਜੀਵਾਂ ਦਾ ਉਧਾਰ ਕਰ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਭਾਈ, ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਹਿੰਦੂ ਧਰਮ ਦੇ ਧਾਰਮਿਕ ਗ੍ਰੰਥਾਂ ਦਾ ਹਵਾਲਾ ਦੇ ਕੇ ਸਮਝਾਉਂਦੇ ਹਨ, ਸਿਮਰਤ ਸਾਤ ਸੋਧਿਆ ਭਾਈ। ਹਿੰਦੂ ਧਰਮ ਦੇ ਧਾਰਮਿਕ ਗ੍ਰੰਥ 27 ਸਿਮਰਤੀਆਂ, 6 ਸ਼ਾਸਤਰ, ਉਹਨਾਂ ਨੂੰ ਪੜ੍ਹ ਕੇ ਦੇਖਿਆ, ਸੋਧ ਕੇ ਦੇਖਿਆ ਹੈ ਭਾਈ। ਉਹਨਾਂ ਦੇ ਵਿੱਚ ਵੀ ਇਹ ਉਪਦੇਸ਼ ਦਿੱਤਾ ਗਿਆ ਹੈ ਕਿ ਨਾਮ ਸਿਮਰ ਤੋਂ ਬਿਨਾਂ ਕੋਈ ਸੰਸਾਰ ਤੋਂ ਪਾਰ ਨਹੀਂ ਲੰਘ ਸਕਦਾ। ਸਿਮਰਤ ਸਾਤ ਵੇਦ ਪਕਾਰਨ ਪੋਥੀਆਂ। ਨਾਮ ਸਿਮਰ ਤੋਂ ਬਿਨਾਂ ਗੁਰੂ ਸਾਹਿਬ ਜੀ ਕਹਿੰਦੇ ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਵੀ ਇਹ ਦੱਸਦੇ ਹਨ ਕਿ ਨਾਮ ਸਿਮਰ ਤੋਂ ਬਿਨਾਂ ਭਾਈ ਹੋਰ ਦੁਨਿਆਵੀ ਗੱਲਾਂ ਜਿਹੜੀਆਂ ਕਿਸੇ ਕਾਰਜ ਦੀਆਂ ਨਹੀਂ ਹਨ। ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਨੀ ਹੋਸ਼ੀਆਂ। ਨਾਮ ਤੋਂ ਬਿਨਾਂ ਹੋਰ ਜਿਹੜੀਆਂ ਦੁਨਿਆਵੀ ਗੱਲਾਂ ਬਾਤਾਂ ਹਨ, ਉਹ ਹੋਸ਼ੀਆਂ ਅਤੇ ਝੂਠੀਆਂ ਹਨ, ਬਿਨਸ ਜਾਣ ਵਾਲੀਆਂ ਹਨ। ਜੋ ਅਸੀਂ ਪਰਮਾਤਮਾ ਦਾ ਨਾਮ ਜਪਣ ਵੇਲੇ ਵਿਚਾਰ ਵਟਾਂਦਰੇ ਕਰਦੇ ਹਾਂ, ਨਾਮ ਜਪਦੇ ਹਾਂ, ਉਹੋ ਹੀ ਬਚਨ ਜਿਹੜੇ ਹਨ ਉਹ ਟਲ ਹੁੰਦੇ ਹਨ, ਸਦੀਵੀ ਹੁੰਦੇ ਹਨ ਅਤੇ ਦੁਨੀਆ 'ਤੇ ਸਦਾ ਕਾਇਮ ਰਹਿੰਦੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਭਾਈ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਵੀ ਸੱਚੇ ਹਨ, ਜਿਨ੍ਹਾਂ ਵਿੱਚ ਸੱਚਾ ਉਪਦੇਸ਼ ਦਿੱਤਾ ਗਿਆ ਹੈ। ਜਿਹੜੇ ਇਹਨਾਂ 'ਤੇ ਵਿਚਾਰ ਨਹੀਂ ਕਰਦੇ ਭਾਈ, ਉਹ ਝੂਠੇ ਹਨ। ਜਦੋਂ ਕਿ ਧਾਰਮਿਕ ਗ੍ਰੰਥ ਸਾਰੇ ਸੱਚੇ ਸਦੀਵੀ ਹੋਣ ਵਾਲੇ, ਦੁਨੀਆ ਤੋਂ ਸਦਾ ਕਾਇਮ ਰਹਿਣ ਵਾਲੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਸਿਮਰਤ ਸਾਤ ਸੋਧਿਆ ਭਾਈ, ਬਿਨ ਸਤਿਗੁਰ ਭਰਮ ਨਾ ਜਾਏ। ਹਿੰਦੂ ਧਰਮ ਦੀਆਂ
27 ਸਿਮਰਤੀਆਂ ਸ਼ਾਸਤਰ 6 ਸ਼ਾਸਤਰ ਜਿਹੜੇ ਹਨ ਉਹਨਾਂ ਨੂੰ ਪੜ੍ਹ ਕੇ ਸੋਧ ਕੇ ਦੇਖਿਆ ਭਾਈ। ਸਤਿਗੁਰ ਬਿਨ ਸਤਿਗੁਰ ਭਰਮ ਨਾ ਜਾਏ, ਕਿ ਸਤਿਗੁਰੂ ਤੋਂ ਬਿਨਾਂ ਸਾਡੇ ਮਨ ਦੇ ਭਰਮ ਜਿਹੜੇ ਹਨ, ਵਹਿਮ ਖਤਮ ਨਹੀਂ ਹੋ ਸਕਦੇ। ਨਾਮ ਸਿਮਰਨ ਤੋਂ ਬਿਨਾਂ 84 ਦੇ ਗੇੜ ਮੁੱਕਦੇ ਨਹੀਂ ਹਨ, ਤੇ ਸਾਡਾ ਸੰਸਾਰ ਉੱਤੇ ਆਉਣਾ ਜਾਣਾ ਜਿਹੜਾ ਹੈ, ਬਾਰ-ਬਾਰ ਜੰਮਣਾ, ਜਨਮ ਲੈ ਕੇ ਆਉਣਾ, ਫਿਰ ਆਤਮ ਮੌਤੇ ਮਰਨਾ, ਇਹ ਜਿਹੜਾ ਆਉਣ ਜਾਣ ਦਾ ਚੱਕਰ ਹੈ ਕਦੀ ਖਤਮ ਨਹੀਂ ਹੋ ਸਕਦਾ ਜਦ ਤੱਕ ਅਸੀਂ ਨਾਮ ਜਪ ਕੇ ਸਿਮਰਨ ਕਰਕੇ ਗੁਰੂ ਚਰਨਾਂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਕੇ ਨਹੀਂ ਜਾਂਦੇ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ, ਅਨਕ ਕਰਮ ਕਰ ਥਾਕਿਆ ਭਾਈ, ਫਿਰ ਬੰਧਨ ਪਾਏ। ਨਾਮ ਸਿਮਰਨ ਤੋਂ ਬਿਨਾਂ ਭਾਈ ਜੀਵ ਅਨੇਕਾਂ ਕਰਮ ਕਰ ਕਰਕੇ ਥੱਕ ਜਾਂਦੇ ਹਨ, ਫਿਰ ਵੀ ਉਹ 84 ਦੇ ਬੰਧਨਾਂ ਵਿੱਚ ਫਸੇ ਰਹਿੰਦੇ ਹਨ। ਉਹਨਾਂ ਦਾ ਜੰਮਣ ਮਰਨਾ ਕਦੀ ਸੰਸਾਰ ਤੋਂ ਖਤਮ ਨਹੀਂ ਹੋ ਸਕਦਾ। ਅਨਕ ਕਰਮ ਕਰ ਥਾਕਿਆ ਭਾਈ, ਨਾਮ ਸਿਮਰਨ ਤੋਂ ਬਿਨਾਂ ਭਾਈ ਅਨੇਕਾਂ ਕਰਮ ਕਰ ਕਰਕੇ, ਕਰਮ ਕਾਂਡ ਕਰ ਕਰਕੇ ਜੀਵ ਥੱਕ ਜਾਂਦੇ ਹਨ, ਫਿਰ ਬੰਧਨ ਪਾਏ। ਫਿਰ ਬਾਰ-ਬਾਰ ਜੀਵ ਸੰਸਾਰ ਵਿੱਚ 84 ਦੇ ਬੰਧਨਾਂ 'ਚ ਵੱਜ ਜਾਂਦੇ ਹਨ, ਜਨਮ ਲੈ ਕੇ ਆਉਂਦੇ ਹਨ, ਫਿਰ ਆਤਮ ਮੌਤੇ ਮਰ ਕੇ ਸੰਸਾਰ ਤੋਂ ਕੂਚ ਕਰ ਜਾਂਦੇ ਹਨ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਆਪਣੀ ਪਾਵਨ ਪਵਿੱਤਰ ਬਾਣੀ ਉਪਦੇਸ਼ ਕਰਦੇ ਹਨ ਭਾਈ, ਚਾਰੇ ਕੁੰਡਾਂ ਸੋਧੀਆਂ ਭਾਈ, ਬਿਨ ਸਤਿਗੁਰੂ ਨਾ ਹੀ ਜਾਏ। ਅਸੀਂ ਚੌਂ ਦਿਸ਼ਾਵਾਂ ਉੱਤਰ ਦੱਖਣ ਪੂਰਬ ਪੱਛਮ ਵੱਲ ਫਿਰ ਕੇ ਦੇਖ ਲਿਆ ਹੈ, ਮੇਰੇ ਸਤਿਗੁਰੂ ਵਰਗਾ ਦਾਤਾ ਦੁਨੀਆ ਤੇ ਹੋਰ ਕੋਈ ਦਿਸਦਾ ਨਹੀਂ ਹੈ। ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇਵੜ ਨਾ ਸਾਈਆਂ, ਕਿ ਪ੍ਰਭੂ ਤੇਰੇ ਵਰਗਾ ਦਾਤਾ ਦੁਨੀਆ ਤੇ ਹੋਰ ਕੋਈ ਦਿਸਦਾ ਨਹੀਂ। ਮੈਂ ਚਾਰ ਦਿਸ਼ਾਵਾਂ ਫਿਰ ਕੇ ਦੇਖ ਲਈਆਂ ਹਨ। ਗੁਰੂ ਅਰਜਨ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ ਭਾਈ, ਚਾਰੇ ਕੁੰਡਾਂ ਸੋਧੀਆਂ ਭਾਈ, ਮੈਨੂੰ ਸਤਿਗੁਰੂ ਨਾ ਹੀ ਜਾਏ। ਸਤਿਗੁਰੂ ਤੋਂ ਬਿਨਾਂ ਹੋਰ ਕੋਈ ਕਿਸੇ ਤੇ ਕਿਰਪਾ ਬਖਸ਼ਿਸ਼ ਨਹੀਂ ਕਰ ਸਕਦਾ, ਤੇ ਸਾਡੇ ਜਨਮ ਮਰਨ ਦੇ ਦੁੱਖ ਨਹੀਂ ਕੱਟ ਸਕਦਾ। ਸਤਿਗੁਰੂ ਜੀ ਹਨ ਜੋ ਸਾਡੇ 84 ਦੇ ਬੰਧਨ ਕੱਟ ਕੇ ਸਾਨੂੰ ਸਦੀਵੀ ਆਪਣੇ ਚਰਨਾਂ ਵਿੱਚ ਨਿਵਾਸ ਦੇ ਸਕਦੇ ਹਨ। ਗੁਰੂ ਸਾਹਿਬ ਜੀ ਕਹਿੰਦੇ, ਨਾਮ ਸਿਮਰਨ ਤੋਂ ਬਿਨਾਂ ਪੂਰੇ ਸਤਿਗੁਰ ਦੀ ਸੋਝੀ ਨਹੀਂ ਆ ਸਕਦੀ, ਤੇ ਨਾਮ ਤੋਂ ਸਖਣੇ ਜੀ ਬਾਰ-ਬਾਰ ਸੰਸਾਰ ਤੇ ਜਾਂਦੇ ਮਰਦੇ, ਆਉਂਦੇ ਜਾਂਦੇ ਰਹਿੰਦੇ ਹਨ। ਅਸੀਂ ਚਾਰ ਦਿਸ਼ਾਵਾਂ ਵੱਲ ਭਟਕ ਕੇ ਫਿਰ ਕੇ ਦੇਖ ਲਿਆ ਹੈ, ਪੂਰੇ ਸਤਿਗੁਰ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ ਦਿਸਦਾ। ਚਾਰੇ ਕੁੰਡਾਂ ਸੋਧੀਆਂ ਭਾਈ, ਮੈਂ ਸਤਿਗੁਰ ਨਾ ਹੀ ਜਾਏ। ਵਡਭਾਗੀ ਗੁਰ ਪਾਇਆ ਭਾਈ। ਗੁਰੂ ਸਾਹਿਬ ਜੀ ਕਹਿੰਦੇ, ਉਹ ਵੱਡਿਆਂ ਭਾਗਾਂ ਵਾਲੇ ਹਨ ਭਾਈ, ਜਿਨ੍ਹਾਂ ਨੂੰ ਪੂਰੇ ਸਤਿਗੁਰ ਦੀ ਪ੍ਰਾਪਤੀ ਹੋ ਗਈ ਹੈ। ਵਡਭਾਗੀ ਗੁਰ ਪਾਇਆ ਭਾਈ, ਹਰ ਹਰ ਨਾਮ ਧਿਆਏ। ਉਹ ਗੁਰਮੁਖ ਪਿਆਰੇ ਜੋ ਵਡਭਾਗੀ ਹੋ ਗਏ ਹਨ, ਵੱਡਿਆਂ ਭਾਗਾਂ ਦਾ ਸਦਕਾ, ਜੋ ਨਾਮ ਨੂੰ ਜਪਦੇ ਹਨ, ਨਾਮ ਨੂੰ ਧਿਆਉਂਦੇ ਹਨ, ਨਾਮ ਦਾ ਸਿਮਰਨ ਕਰਦੇ ਹਨ। ਗੁਰੂ ਸਾਹਿਬ ਜੀ ਕਹਿੰਦੇ, ਸੰਸਾਰ ਤੇ ਉਹ ਗੁਰਮੁਖ ਪਿਆਰੇ ਵੱਡਿਆਂ ਭਾਗਾਂ ਵਾਲੇ ਗਿਣੇ ਜਾਂਦੇ ਹਨ। ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਕਰਦੇ ਹਨ ਭਾਈ, ਸਦਾ ਸਦਾ ਹੈ ਨਿਰਮਲਾ ਭਾਈ, ਸੱਚ ਸਦਾ ਹੈ ਨਿਰਮਲਾ ਭਾਈ, ਨਿਰਮਲ ਸਾਚੇ ਸੋਏ। ਸੋ ਪਰਮਾਤਮਾ ਦਾ ਨਾਮ ਜਿਹੜਾ ਉਹ ਸਦੀਵੀ ਹੋਂਦ ਵਾਲਾ, ਦੁਨੀਆ ਤੇ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਨਿਰਮਲ ਹੈ, ਜਿਸ ਨੂੰ ਕਿਸੇ ਕਿਸਮ ਦੀ ਮੈਲ ਨਹੀਂ ਲੱਗ ਸਕਦੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਸੱਚ ਸਦਾ ਹੈ ਨਿਰਮਲਾ ਭਾਈ, ਨਿਰਮਲ ਸਾਚੇ ਸੋਏ। ਅਕਾਲ ਪੁਰਖ ਦਾ ਨਾਮ ਵੀ ਨਿਰਮਲ ਹੈ, ਤੇ ਉਹਦੀ ਸੋਭਾ ਵੀ ਦੁਨੀਆ ਤੇ ਸਦਾ ਕਾਇਮ ਰਹਿਣ ਵਾਲੀ, ਸਦੀਵੀ ਤੇ ਨਿਰਮਲ ਹੈ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹਨ, ਨਦਰ ਕਰੇ ਜਿਸ ਆਪਣੀ ਭਾਈ, ਤਿਸ ਪ੍ਰਾਪਤ ਹੋਏ। ਐਸਾ ਨਿਰਮਲ ਅਕਾਲ ਪੁਰਖ ਤੇ ਸਦੀਵੀ ਹੋਂਦ ਵਾਲਾ, ਦੁਨੀਆ ਤੇ ਸਦਾ ਕਾਇਮ ਰਹਿਣਾ ਪ੍ਰਭੂ, ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਤੇ ਸਤਿਗੁਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਨਦਰ ਕਰੇ ਜਿਸ ਆਪਣੀ ਭਾਈ, ਤਿਸ ਪ੍ਰਾਪਤ ਹੋਏ। ਐਸਾ ਅਕਾਲ ਪੁਰਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਭਾਈ, ਜਿਨ੍ਹਾਂ ਤੇ ਸਤਿਗੁਰ ਦੀ ਰਹਿਮਤ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਕੋਟ ਮੱਧੇ ਜਨ ਪਾਈਏ ਭਾਈ, ਬਿਰਲਾ ਕੋਈ। ਗੁਰੂ ਸਾਹਿਬ ਜੀ ਕਹਿੰਦੇ, ਕਰੋੜਾਂ ਦੇ ਵਿੱਚੋਂ ਕੋਈ ਇੱਕ ਮਹਾਂਪੁਰਖ ਗੁਰਮੁਖ ਪੈਦਾ ਹੁੰਦਾ ਹੈ, ਜੋ ਦੂਜਿਆਂ ਨੂੰ ਵੀ ਆਪਣੇ ਨਾਲ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ, ਪਾਰ ਕਰ ਦਿੰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਕੋਟ ਮੱਧੇ ਜਨ ਪਾਈਏ ਭਾਈ, ਬਿਰਲਾ ਕੋਈ ਕੋਏ। ਜਗ ਮੇ ਉਤਮ ਕਾਢੀਏ ਵਿਰਲੇ ਕਈ, ਕਿ ਜਗ ਸੰਸਾਰ ਉੱਤੇ ਵਿਰਲੇ ਐਸੇ ਗੁਰਮੁਖ ਪਿਆਰੇ ਹਨ ਜੋ ਨਾਮ ਜਪਦੇ ਹਨ। ਆਪ ਜਪੇ ਅਵਰਾ ਨਾਮ ਜਪਾਵੇ, ਦੂਸਰਿਆਂ ਨੂੰ ਆਪ ਜਪਦੇ ਹਨ ਤੇ ਦੂਜਿਆਂ ਨਾਮ ਜਪਣ ਦੀ ਪ੍ਰੇਰਨਾ ਦਿੰਦੇ ਹਨ। ਜਿੱਥੇ ਆਪ ਸੰਸਾਰ ਸਮੁੰਦਰ ਤੋਂ ਗੁਰਮੁਖ ਪਿਆਰੇ ਮਹਾਂਪੁਰਖ ਤਰ ਜਾਂਦੇ ਹਨ, ਹੋਰ ਸੰਗੀ ਸਾਥੀ ਸਾਥੀਆਂ ਨੂੰ ਵੀ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਹਨ। ਸੰਗੀ ਸਾਥੀ ਸਗਲ ਤਰਾਈ। ਇਸ ਕਰਕੇ ਗੁਰੂ ਸਾਹਿਬ ਜੀ
ਉਪਦੇਸ਼ ਕਰਦੇ ਹਨ। ਕੋਟ ਮੱਧੇ ਜਨ ਪਾਈਏ ਭਾਈ, ਵੇਲਾ ਕੋਈ ਕਰੋੜਾਂ ਦੇ ਵਿੱਚੋਂ ਕੋਈ ਸੰਤ ਮਹਾਂਪੁਰਖ ਪੈਦਾ ਹੁੰਦਾ ਹੈ ਜੋ ਆਪ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰਦੇ ਹਨ ਤੇ ਦੂਜਿਆਂ ਨੂੰ ਨਾਮ ਜਪਣ ਦੀ ਪ੍ਰੇਰਨਾ ਦਿੰਦੇ ਹਨ। ਆਓ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਕਰਦੇ ਹਨ। ਨਾਨਕ ਰਤਾ ਸਚ ਨਾਮ ਭਾਈ, ਸੁਨ ਮਨ ਤਨ ਨਿਰਮਲ ਹੋਏ। ਨਾਨਕ ਆਖਦਾ ਹੈ ਭਾਈ, ਜੋ ਅਕਾਲ ਪੁਰਖ ਦੇ ਨਾਮ ਵਿੱਚ ਰੰਗੇ ਜਾਂਦੇ ਹਨ, ਸੰਤ ਮਹਾਂਪੁਰਖ ਗੁਰੂ ਦੇ ਸਨਮੁਖ ਹੋ ਕੇ ਆਪ ਨਾਮ ਜਪਦੇ ਦੂਜਿਆਂ ਨੂੰ ਨਾਮ ਜਪਣ ਦੀ ਪ੍ਰੇਰਨਾ ਦਿੰਦੇ ਹਨ ਭਾਈ, ਉਹਨਾਂ ਦੀ ਸੋਭਾ ਅਟਲ ਦੁਨੀਆ 'ਤੇ ਸਦਾ ਕਾਇਮ ਰਹਿੰਦੀ ਹੈ ਤੇ ਉਹਨਾਂ ਦੀ ਸੋਭਾ ਸੁਣ ਕੇ ਸਾਡਾ ਤਨ ਮਨ ਨਿਰਮਲ ਹੋ ਜਾਂਦਾ ਹੈ। ਸਾਡਾ ਮਨ ਅਤੇ ਤਨ ਉਹਨਾਂ ਦੀ ਸੋਭਾ ਸੁਣ ਕੇ ਨਿਰਮਲ ਹੋ ਜਾਂਦਾ ਹੈ, ਕਿਉਂਕਿ ਪ੍ਰਮਾਤਮਾ ਦੀ ਸੋਭਾ ਵਡਿਆਈ ਦੁਨੀਆ 'ਤੇ ਸਦਾ ਕਾਇਮ ਰਹਿਣ ਵਾਲੀ ਨਿਰਮਲ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਆਪਣੀ ਪਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਨਾਨਕ ਰਤਾ ਸਚ ਨਾਮ ਭਾਈ, ਨਾਨਕ ਆਖਦਾ ਹੈ ਭਾਈ ਭਾਈ, ਜੋ ਉਸ ਪ੍ਰਭੂ ਦੇ ਸੱਚੇ ਨਾਮ ਵਿੱਚ ਰੰਗੇ ਜਾਂਦੇ ਹਨ, ਰੱਤੇ ਜਾਂਦੇ ਹਨ, ਜਿੱਥੇ ਉਹ ਆਪ ਦੁਨੀਆ 'ਤੇ ਸਦਾ ਵਾਸਤੇ ਕਾਇਮ ਰਹਿੰਦੇ ਹਨ, ਉੱਥੇ ਉਹਨਾਂ ਦਾ ਨਾਮ ਵੀ ਦੁਨੀਆ 'ਤੇ ਸਦਾ ਸਦੀਵੀ ਦੁਨੀਆ 'ਤੇ ਕਾਇਮ ਰਹਿੰਦਾ ਹੈ, ਜਿਨ੍ਹਾਂ ਦੀ ਸੋਭਾ ਸੁਣ ਕੇ ਸਾਡਾ ਮਨ ਅਤੇ ਤਨ ਨਿਰਮਲ ਹੋ ਜਾਂਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਹਿਰਦੇ ਰੂਪੀ ਕਰਤ ਵਸਾ ਕੇ ਸੇਵਾ ਸਿਮਰਨ ਕਰਦੇ ਹੋਏ ਆਪਣਾ ਮੁੱਖਾ ਜਮ ਸਫਲਾ ਕਰੀਏ। ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸਰਬ ਸੰਗਤਾਂ ਗੁਰੂ ਸਾਹਿਬਾਨ ਜੀ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।